ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਮੂਕ ਉਚਰੈ ਸਾਸਤਰ ਘਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾੜਤ ਪੰਤਾ ਤਿਸ ਲੱਗੈ, ਹਰ ਨਾਉ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਆਸਾੜਤ ਪੰਤਾ ਤਿਸ ਲੱਗੈ, ਹਰ ਨਾਹੂ ਨ ਜਿਨਾ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਦਾਨ, ਕਿਰਪਾ ਦਇਆ ਦੇ ਖਜ਼ਾਨੇ, ਚਵਰ ਛਤਰ ਤਖਤਾਂ ਦੇ ਮਾਲਕ ਸਤਿਗੁਰੂ ਵਾਲੀਏ ਕੁਲ ਆਲਮ ਸੁਲਤਾਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਰਹਿਮਤ ਦਇਆ ਕੀਤੀ ਹੈ, ਜਿਨ੍ਹਾਂ ਦੀ ਦਇਆ ਦ੍ਰਿਸ਼ਟੀ ਦਾ ਸਦਕਾ, ਜਿਨ੍ਹਾਂ ਦੀ ਮਿਹਰ ਦਾ ਸਦਕਾ ਆਪ ਸਮੂਹ ਮਾਈ ਭਾਈ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਨੇ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਅੱਜ ਦਾ ਜੋ ਪਾਵਨ ਦਿਹਾੜਾ ਸੰਗਰਾਂਦ ਦਾ ਪੁਰਬ ਹੈ, 12 ਮਹੀਨਿਆਂ ਦੇ ਵਿੱਚੋਂ ਆਸਾੜ ਦਾ ਮਹੀਨਾ, ਜਿਹਨੂੰ ਅਸੀਂ ਆਪਣੀ ਭਾਸ਼ਾ ਦੇ ਅੰਦਰ ਹਾੜ ਦਾ ਮਹੀਨਾ ਆਖ ਦਿੰਦੇ ਹਾਂ, ਉਹਦੀ ਆਰੰਭਤਾ ਹੋਈ ਹੈ। ਤੇ ਉਹਦੀ ਆਰੰਭਤਾ ਦੇ ਨਾਲ ਪਿੱਛੇ ਜਿਹੜਾ ਜੇਠ ਦਾ ਮਹੀਨਾ ਸੀ, ਉਹਦੀ ਸਮਾਪਤੀ ਹੋਈ ਹੈ। ਇਸ ਮਹੀਨੇ ਦੇ ਅੰਦਰ ਧਰਤੀ ਦੇ ਉੱਪਰ ਸੂਰਜ ਦੀ ਤਪਸ਼ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਧ ਜਾਇਆ ਕਰਦੀ ਹੈ। ਤੇ ਤਪਸ਼ ਦੇ ਵਧਣੇ ਕਰਕੇ ਜਿੰਨੇ ਵੀ ਜੀਵ ਜੰਤ, ਸਰਬ ਮਨੁੱਖ ਵੀ ਨਾਲ ਹੀ ਉਹਨਾਂ ਦੇ ਪਾਣੀ ਦੇ ਕਰਕੇ ਬੜੇ ਵਿਆਕੁਲ ਹੁੰਦੇ ਹਨ। ਵਾਰ-ਵਾਰ ਪਿਆਸ ਲੱਗਦੀ ਹੈ। ਇੱਥੋਂ ਤੱਕ ਕਿ ਬਹਿਣ ਵਾਸਤੇ ਵੀ ਮਨੁੱਖ ਕਿਸੇ ਨਾ ਕਿਸੇ ਊਠ ਦਾ ਆਸਰਾ ਭਾਲਦਾ ਹੈ। ਪਸ਼ੂ ਪੰਛੀ ਵੀ ਦਰਖਤਾਂ ਦੀ ਛਾਵੇਂ ਜਾ ਬੈਠਦੇ ਹਨ, ਤੇ ਮਨੁੱਖ ਵੀ ਵਾਰ-ਵਾਰ ਕੋਈ ਇਹੋ ਜਿਹੀ ਜਗ੍ਹਾ ਭਾਲਦਾ ਜਿੱਥੇ ਸੂਰਜ ਦੀ ਤਪਸ਼ ਉਹਦੇ ਤੇ ਸਿੱਧੀ ਨਾ ਪਵੇ। ਤੋ ਇਹ ਮਹੀਨਾ ਬੜਾ ਤਪਸ਼ ਵਾਲਾ ਹੈ। ਜੀਵਨ ਸਵਾਰਨ ਵਾਸਤੇ ਜਾਚ ਦੱਸਣਾ ਕੀਤੀ ਹੈ। ਤੋ ਜਿਵੇਂ ਜਿਵੇਂ ਮਹਾਰਾਜ
ਪਾਵਨ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾੜਤ ਪੰਤਾ ਦਿਸ ਲੱਗੈ ਹਰ ਨਾਹੋ ਨ ਜਿੰਨਾ ਪਾਸ। ਇਹ ਜਿਹੜਾ ਹਾੜ ਦਾ ਮਹੀਨਾ ਹੈ ਇਹਦੇ ਅੰਦਰ ਬਹੁਤ ਤਪਸ਼ ਹੁੰਦੀ ਹੈ, ਪਰ ਮਹਾਰਾਜ ਕਹਿੰਦੇ ਤਪਸ਼ ਲੱਗਦੀ ਕਿਹਨਾਂ ਨੂੰ ਹੈ? ਜਿਨ੍ਹਾਂ ਦੇ ਪਾਸ ਗਰਮੀ ਤੋਂ ਬਚਣ ਦਾ ਕੋਈ ਵੀ ਸਾਧਨ ਨਹੀਂ ਹੈ। ਕਿਉਂਕਿ ਦੁਨੀਆ ਦੇ ਅੰਦਰ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਗਰਮੀ ਤੋਂ ਬਚਿਆ ਜਾਂਦਾ ਹੈ। ਪਹਿਲਾਂ ਤੇ ਬਾਹਰੀ ਅਰਥ ਹੈ ਸੰਸਾਰਵਾਦ। ਤਰੀਕੇ ਕਿਹੜੇ ਕਿਹੜੇ ਹਨ? ਜਿਹੜੇ ਕੋਈ ਅਮੀਰ ਲੋਕ ਉਹ ਪਹਾੜੀਆਂ ਕੰਦਰਾਂ ਦੇ ਵਿੱਚ ਚਲੇ ਜਾਂਦੇ, ਜਿਵੇਂ ਕੋਈ ਸ਼ਿਮਲੇ ਚਲਿਆ ਗਿਆ, ਕੋਈ ਮਨਾਲੀ ਚਲਿਆ ਗਿਆ। ਜਿਨ੍ਹਾਂ ਪਹਾੜੀਆਂ ਤੇ ਬਰਫ਼ ਆਦਿ ਪੈਂਦੀ ਹੈ ਉਹਨਾਂ ਜਗ੍ਹਾਵਾਂ ਤੇ ਜਾ ਕਰਕੇ ਗਰਮੀ ਤੋਂ ਬਚਿਆ ਜਾ ਸਕਦਾ ਹੈ। ਦੂਜੇ ਉਹਦੇ ਤੋਂ ਜਿਹੜੇ ਦਰਮਿਆਨੇ ਲੋਕ ਹਨ ਉਹ ਆਪਣੇ ਘਰਾਂ ਵਿੱਚ ਏਸੀ ਆਦਿਕ ਕੂਲਰ ਆਦਿਕ ਲਾ ਕੇ ਇਸ ਗਰਮੀ ਤੋਂ ਬਚਦੇ ਹਨ। ਤੀਜੇ ਜਿਹੜੇ ਕੋਈ ਸੰਸਾਰ ਦੇ ਪੱਖ ਤੋਂ ਗਰੀਬ ਲੋਕ ਹਨ ਉਹ ਇਹੋ ਜਿਹੇ ਸਾਧਨ ਕਰਦੇ, ਜਿਵੇਂ ਕੋਈ ਕੱਪੜਾ ਗਿੱਲਾ ਕਰਕੇ ਪਾ ਲੈਣਾ, ਉਹਦੇ ਵਿੱਚ ਪੱਖੇ ਦੀ ਹਵਾ ਠੰਡੀ ਲੱਗਣੀ, ਜਾਂ ਕੱਪੜਾ ਗਿੱਲਾ ਕਰਕੇ ਆਪਣੇ ਉੱਪਰ ਲੈ ਲੈਣਾ। ਇਸੇ ਪ੍ਰਕਾਰ ਹੀ ਮਨੁੱਖ ਦੇ ਹਿਰਦੇ ਅੰਦਰ ਵੀ ਤਪਸ਼ ਹੈ। ਉਹ ਕਾਹਦੀ ਤਪਸ਼ ਹੈ? ਵਿਕਾਰਾਂ ਦੀ, ਬੁਰਾਈਆਂ ਦੀ। ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਮਨੁੱਖ ਜੀਵਨ ਧਾਰ ਕਰਕੇ ਪਸ਼ੂਆਂ ਵਾਲੀ ਬਿਰਤੀ ਜਿਹੜੀ ਬਣੀ ਹੋਈ ਹੈ, ਇਹ ਵੀ ਇੱਕ ਤਪਸ਼ ਹੈ। ਉਹਦੇ ਤੋਂ ਬਚਣ ਵਾਸਤੇ ਮਹਾਰਾਜ ਕਹਿੰਦੇ ਕਿੰਨੇ ਕੁ ਯਤਨ ਕੀਤੇ ਨੇ ਮਨੁੱਖ ਨੇ। ਇੱਥੋਂ ਤੱਕ ਵੀ ਕਥਨ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਾਵਨ ਸ਼ਲੋਕਾਂ 'ਚ ਆਖਦੇ ਨੇ, ਕੋਟਨ ਮੈਂ ਨਾਨਕ ਕਹੂ ਨਾਰਾਇਣ ਜਹ ਚੀਤ। ਕਰੋੜਾਂ ਵਿੱਚੋਂ ਇੱਕ ਦਾ ਜਿਹਨੇ ਇਸ ਹਿਰਦੇ ਦੀ ਤਪਸ਼ ਤੋਂ ਬਚਣ ਵਾਸਤੇ ਯਤਨ ਕੀਤਾ ਹੈ। ਤੇ ਮਹਾਰਾਜ ਕਹਿੰਦੇ ਲੱਗਦਾ ਕਿਹਨਾਂ ਨੂੰ ਇਹ ਮਹੀਨਾ ਤਤਾ ਆਸਾੜਤ ਪੰਦਾ ਤਿਸ ਲੱਗਾ ਹਰ ਨਾਹੋ ਨ ਜਿੰਨਾ ਪਾਸ। ਜਿਨ੍ਹਾਂ ਦੇ ਪਾਸ ਹਰੀ ਪਰਮੇਸ਼ਰ ਵਾਹਿਗੁਰੂ ਦਾ ਸ਼ੀਤਲ ਨਾਮ ਨਹੀਂ ਹੈ, ਠੰਡਾ ਨਾਮ ਨਹੀਂ ਹੈ, ਉਹਨਾਂ ਦਾ ਹਿਰਦਾ ਤਪਸ਼ ਦੇ ਨਾਲ, ਵਿਕਾਰਾਂ ਦੀ ਤਪਸ਼ ਨਾਲ, ਬੁਰਾਈਆਂ ਦੀ ਤਪਸ਼ ਨਾਲ, ਅਗਿਆਨਤਾ ਦੀ ਤਪਸ਼ ਦੇ ਨਾਲ ਤਪਦਾ ਹੀ ਰਹਿੰਦਾ ਹੈ। ਤੇ ਉਹਨਾਂ ਦੇ ਵਿੱਚੋਂ ਫਿਰ ਇਹੋ ਜਿਹੇ ਅਲਫਾਜ਼ ਪੈਦਾ ਹੁੰਦੇ ਨੇ, ਇਹੋ ਜਿਹੀ ਬਿਰਤੀ ਪੈਦਾ ਹੁੰਦੀ ਹੈ ਜਿਹੜੀ ਦੂਜਿਆਂ ਨੂੰ ਵੀ ਤਪਾ ਦੇਣ ਵਾਲੀ ਹੈ। ਉਹਨਾਂ ਦੇ ਅੰਦਰ ਆਪਦੇ ਤੇ ਤਪਸ਼ ਹੈ ਹੀ ਹੈ। ਉਹਨਾਂ ਦੇ ਬਚਨਾਂ ਦੁਆਰਾ ਦੂਜਾ ਮਨੁੱਖ ਸਾਹਮਣੇ ਵਾਲਾ ਵੀ ਤਪ ਜਾਂਦਾ। ਇਹੋ ਜਿਹੇ ਉਹਨਾਂ ਦੇ ਵਿੱਚ ਬਚਨ ਹਨ। ਪਰ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ ਉਹ ਆਪ ਸ਼ਾਂਤ ਹਨ। ਤੇ ਜਿਹੜਾ ਕੋਈ ਮਨੁੱਖ ਉਹਨਾਂ ਦੀ ਸੰਗਤ ਕਰਦਾ ਉਹ ਵੀ ਸ਼ਾਂਤ ਹੋ ਜਾਂਦਾ। ਇਸੇ ਮਹੀਨੇ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆ ਥੋੜੇ ਦਿਨ ਹੋਏ ਨੇ, ਮਹਾਰਾਜ ਦਾ ਪਾਵਨ ਜਿਹੜਾ ਸ਼ਹੀਦੀ ਪੁਰਬ ਬਤੀਤ ਹੋਇਆ ਕਿ ਚੰਦੂ ਜਿਹੜਾ ਸੀ ਉਹਦਾ ਹਿਰਦਾ ਬੜਾ ਤਪਦਾ ਸੀ। ਉਹਨੇ ਫਿਰ ਬਚਨ ਵੀ ਤਪਣ ਵਾਲੇ ਕੀਤੇ ਜਿਹਦੇ ਕਰਕੇ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਤਪਾਇਆ ਗਿਆ। ਪਰ ਦੂਜੇ ਪੱਖ ਤੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦੀ ਆਤਮਾ ਸ਼ਾਂਤ ਹੈ, ਜਿਨ੍ਹਾਂ ਦਾ ਹਿਰਦਾ ਸ਼ਾਂਤ ਹੈ, ਜਿਨ੍ਹਾਂ ਦੇ ਬਚਨਾਂ ਕਰਕੇ ਸਵਾਈ ਮੀਆਂ ਮੀਰ ਜੀ ਦਾ ਮਨ ਵੀ ਸ਼ਾਂਤ ਹੋ ਗਿਆ। ਬੜਾ ਗੁੱਸਾ ਉਹਨਾਂ ਨੂੰ, ਬੜਾ ਰੋਹ ਆਇਆ ਕਿ ਮਹਾਰਾਜ ਜੇ ਤੁਸੀਂ ਹੁਕਮ ਕਰੋ ਦਿੱਲੀ ਤੇ ਲਾਹੌਰ ਨੂੰ ਆਪਸ ਵਿੱਚ ਟਕਰਾ ਕੇ ਤੇ ਮਟੀਆਂ ਮੇਟ ਕਰ ਦਿਆਂ ਮੈਂ। ਪਰ ਮਹਾਰਾਜ ਆਪ ਸ਼ਾਂਤ ਹਨ, ਸ਼ਾਂਤੀ ਦੇ ਮੁਜੱਸ਼ਮੇ ਹਨ। ਜਦੋਂ ਉਹਨਾਂ ਨੇ ਬਚਨ ਕੀਤੇ ਨਹੀਂ ਮੀਆਂ ਮੀਰ ਇਹ ਤੇ ਵਾਹਿਗੁਰੂ ਦਾ ਭਾਣਾ ਹੈ, ਜੋ ਉਹਨੂੰ ਪਾਉਂਦਾ ਉਹੀ ਠੀਕ ਹੈ। ਤੇ ਮਹਾਰਾਜ ਦੇ ਠੰਡੇ ਸ਼ੀਤਲ ਬਚਨਾਂ ਕਰਕੇ ਮੀਆਂ ਮੀਰ ਜੀ ਵੀ ਸ਼ਾਂਤ ਹੋ ਗਏ। ਇੱਥੋਂ ਤੱਕ ਕਿ ਜਿਹੜਾ ਪੜਪੂੰਜਾ ਮਹਾਰਾਜ ਦੇ ਸੀਸ ਵਿੱਚ ਰੇਤਾ ਪਾਉਂਦਾ ਉਹਨੇ ਵੀ ਜਦੋਂ ਮਹਾਰਾਜ ਦੇ ਬਚਨ ਸੁਣੇ ਪਛਤਾਪ ਕੀਤਾ ਆਪਣੇ ਕੀਤੇ ਹੋਏ ਤੇ। ਫਿਰ ਉਹ ਰੋਹ ਉਹਦੇ ਮਨ ਵਿੱਚ ਪੈਦਾ ਹੋਇਆ। ਮਹਾਰਾਜ ਦੀ ਸ਼ੀਤਲਤਾ ਦੇਖ ਕਰਕੇ ਉਸ ਪੜਪੂੰਜੇ ਨੇ ਉਸੇ ਹੀ ਕੜਛੇ ਦੇ ਨਾਲ ਚੰਦੂ ਪਾਪੀ ਦਾ ਵਧ ਕਰ ਦਿੱਤਾ। ਤੇ ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਭਾਈ ਵਾਹਿਗੁਰੂ ਦਾ ਨਾਮ ਹੈ ਉਹਨਾਂ ਨੂੰ ਇਹ ਤਪਸ਼ ਵਿਆਪਦੀ ਨਹੀਂ, ਲੱਗਦੀ ਨਹੀਂ ਹੈ ਜੀ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਤੋ ਮਹਾਰਾਜ ਅੱਗੇ ਕਿਰਪਾ ਕਰਦੇ ਨੇ ਕਿ ਮਨੁੱਖ ਨੂੰ ਰੋਗ ਕੋਈ ਹੋਰ ਹੈ ਪਰ ਇਲਾਜ ਕੋਈ ਹੋਰ ਕਰਾਉਂਦਾ ਫਿਰਦਾ। ਰੋਗ ਇਹਨੂੰ ਕਹਦਾ ਹੈ ਹਿਰਦੇ ਦੀ ਤਪਸ਼ ਦਾ। ਅੰਦਰ ਇਹਦੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਹ ਅਗਨੀਆਂ ਜਗ ਰਹੀਆਂ ਨੇ ਵੱਖੋ ਵੱਖਰੀਆਂ। ਆਸਾ ਤੇ ਤ੍ਰਿਸ਼ਨਾ ਇਹ ਵੀ ਅੱਗ ਹੈ, ਇਹ ਵੀ ਮਹਾਰਾਜ ਕਹਿੰਦੇ ਇਹਦੇ ਅੰਦਰ ਵਗ ਰਹੀ ਹੈ। ਪਰ ਇਲਾਜ ਕਾਹਦਾ ਕਰਾਉਂਦਾ ਫਿਰਦਾ? ਬਾਹਰੀ। ਤੇ ਇਸ ਕਰਕੇ ਮਹਾਰਾਜ ਕਹਿੰਦੇ ਇਸ ਤਪਸ਼ ਤੋਂ ਬਚਣ ਵਾਸਤੇ ਜਦੋਂ ਤਪਦਾ ਫਿਰ ਬੜਾ ਦੁਖੀ ਹੁੰਦਾ, ਇਹਨੂੰ ਕਈ ਪ੍ਰਕਾਰ ਦੇ ਰੋਗ ਲੱਗ ਜਾਂਦੇ ਨੇ ਇਸ ਤਪਸ਼ ਕਰਕੇ।
ਆਪਣੇ ਬਚਨਾਂ ਕਰਕੇ ਆਪ ਹੀ ਸੰਸਾਰ ਵਿੱਚ ਫਿੱਕਾ ਪੈ ਜਾਂਦਾ ਹੈ। ਇਹਨਾਂ ਬਚਨਾਂ ਕਰਕੇ ਜਾਂ ਇਹ ਤਪਸ਼ ਕਰਕੇ ਇਹਦੇ ਤੋਂ ਬਚਣ ਵਾਸਤੇ ਫਿਰ ਯਤਨ ਕੀ ਕਰਦਾ? ਮਨਮੁਖ ਹੋਏ ਬੰਦੇ ਦਾ ਬੰਦਾ ਮਨੁੱਖਾਂ ਦੇ ਕੋਲ ਜਾ ਕੇ ਫਰਿਆਦਾਂ ਕਰਦਾ, ਕਦੇ ਕਿਸੇ ਚੇਲੇ ਦੇ ਕੋਲ, ਕਦੇ ਕਿਸੇ ਪਖੰਡੀ ਦੇ ਕੋਲ, ਕਦੇ ਆਪਣੇ ਤੋਂ ਤਕੜੇ ਦੇ ਕੋਲ ਜਾ ਕੇ। ਪਰ ਮਹਾਰਾਜ ਕਹਿੰਦੇ ਇਹਦਾ ਇਹ ਇਲਾਜ ਨਹੀਂ, ਇਹਦਾ ਅਸਲੀ ਇਲਾਜ ਕੀ ਹੈ? ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ। ਤੇ ਉਹਨੂੰ ਮਹਾਰਾਜ ਕਹਿੰਦੇ ਨੇ ਵਿਸਾਰ ਦਿੱਤਾ। ਜਗ ਜੀਵਨ ਪੁਰਖ ਵਿਸਾਰ ਕੇ, ਜਗਜੀਵਨ ਜਿਹੜਾ ਜਗਤ ਤੇ ਜੀਵਨ ਦੇਣ ਵਾਲਾ, ਇਸ ਸੰਸਾਰ ਦੇ ਅੰਦਰ ਜੀਵਨ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਉਹਨੂੰ ਤਿਆਗ ਕਰਕੇ ਮਨੁੱਖਾਂ ਦੇ ਮਗਰ ਹੀ ਆਪਣੇ ਇਸ ਬਿਮਾਰੀ ਦਾ ਇਲਾਜ ਕਰਾਉਣ ਵਾਸਤੇ ਫਿਰਦਾ, ਜਿਹਦੇ ਕਰਕੇ ਇਹਦਾ ਇਲਾਜ ਹੁੰਦਾ ਨਹੀਂ ਤੇ ਤਪਸ਼ ਜਿਹੜੀ ਹੈ ਹੋਰ ਜ਼ਿਆਦਾ ਵੱਧਦੀ ਜਾਂਦੀ ਹੈ। ਇਸੇ ਕਰਕੇ ਹੁਣ ਹਰ ਇੱਕ ਮਨੁੱਖ ਦੇ ਅੰਦਰ ਬੜਾ ਗੁੱਸਾ ਤੇ ਬੜੀ ਅਸ਼ਾਂਤੀ ਹੈ। ਨਿੱਕੀ ਜੀ ਗੱਲ ਤੇ ਹਰ ਇੱਕ ਮਨੁੱਖ ਭੜਕ ਉੱਠਦਾ, ਕਿਉਂਕਿ ਹਿਰਦੇ ਵਿੱਚ ਤਪਸ਼ ਹੈ, ਵਿਕਾਰਾਂ ਦੀ ਤਪਸ਼ ਹੈ, ਅਗਿਆਨਤਾ ਦੀ ਤਪਸ਼ ਹੈ। ਜਦੋਂ ਗਿਆਨ ਆ ਜਾਵੇਗਾ ਕਿ ਹਰ ਪਾਸੇ ਪਰਮੇਸ਼ਰ ਦਾ ਹੀ ਸਰੂਪ ਹੈ, ਧਰਤੀ ਤੇ ਜਿੰਨਾ ਕੁਝ ਸਾਨੂੰ ਦਿਖਾਈ ਦਿੰਦਾ ਸਭ ਕੁਝ ਰੱਬ ਦਾ ਹੀ ਰੂਪ ਹੈ, ਫਿਰ ਇਹ ਤਪਸ਼ ਸ਼ਾਂਤ ਹੋ ਜਾਵੇਗੀ, ਜਾਂ ਫਿਰ ਗੁਰੂ ਕੇ ਸ਼ਬਦ ਦਾ ਅਭਿਆਸ ਕਰੇਗਾ। ਪਰ ਮਹਾਰਾਜ ਕਹਿੰਦੇ ਕਿ ਇਹਨੇ ਜਗਤ ਦੇ ਉੱਪਰ ਜੀਵਨ ਦੇਣ ਵਾਲੇ ਵਾਹਿਗੁਰੂ ਨੂੰ ਵਿਸਾਰ ਦਿੱਤਾ ਹੈ ਤੇ ਮਨੁੱਖਾਂ ਦੇ ਨਾਲ ਸੰਧੀ ਕਰ ਲਈ ਹੈ, ਮਨੁੱਖਾਂ ਦੇ ਨਾਲ ਆਪਣਾ ਮੇਲ ਮਿਲਾਪ ਵਧਾ ਲਿਆ ਹੈ, ਰੱਬ ਦੇ ਨਾਲੋਂ ਮੇਲ ਮਿਲਾਪ ਘਟਾ ਕਰਕੇ ਸੰਸਾਰ ਦੇ ਨਾਲ ਨਿਹੂ ਲਾ ਲਿਆ, ਜਿਹਦੇ ਕਰਕੇ ਦੁਖੀ ਹੋ ਰਿਹਾ ਹੈ ਜੀ। ਦੁਏ ਭਾਏ ਵਿਗੂਚੀਐ ਗਲ ਪਈਐਸ ਜਮ ਕੀ ਫਾਸ। ਦੋ ਭਾ ਦੋ ਮਾਰਗ ਹਨ, ਇੱਕ ਤੇ ਰੱਬ ਹੈ, ਦੂਜਾ ਸੰਸਾਰ ਹੈ। ਤਾਂ ਮਹਾਰਾਜ ਕਹਿੰਦੇ ਰੱਬ ਵਾਲਾ ਪਲੜਾ ਤੇ ਇਹਨੇ ਛੱਡ ਦਿੱਤਾ, ਉਹਦਾ ਤੇ ਹੱਥ ਛਡਾ ਲਿਆ ਆਪਣਾ। ਵਾਹਿਗੁਰੂ ਦਾ ਪਲੜਾ ਛੱਡ ਕਰਕੇ ਸੰਸਾਰਵਾਦ ਦੋਏ ਭਾਏ ਦੂਜੇ ਭਾ ਦੇ ਨਾਲ ਜੁੜ ਗਿਆ। ਦੂਜਾ ਭਾ ਕੀ ਹੈ? ਦਵੈਤ। ਦਵੈਤ ਕੀ ਹੈ? ਮਾਇਆ। ਮਾਇਆ ਦੇ ਪ੍ਰਭਾਵ ਹੇਠਾਂ ਕਰਕੇ ਮਾਇਕੀ ਪਦਾਰਥਾਂ ਦੇ ਨਾਲ ਜੁੜ ਗਿਆ, ਪਰ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਦਿੱਤਾ ਹੈ। ਦੋਏ ਭਾਏ ਵਿਗੁਚੀ ਹੈ, ਵਿਗੁਚਣਾ ਹੁੰਦਾ ਖਰਾਬ ਹੋਣਾ। ਫਿਰ ਮਾਇਆ ਦੇ ਪ੍ਰਭਾਵ ਹੇਠਾਂ ਲੱਗ ਕਰਕੇ ਮਾਇਕੀ ਪਦਾਰਥਾਂ ਦੇ ਨਾਲ ਜੁੜਨੇ ਕਰਕੇ ਮਹਾਰਾਜ ਕਹਿੰਦੇ ਬੜਾ ਵਿਗੁਚੀ ਕਹੀਏ ਖਰਾਬ ਹੁੰਦਾ ਰਹਿੰਦਾ। ਰੋਜ਼ ਇਹਨੂੰ ਸਰੀਰਕ ਬਿਮਾਰੀਆਂ, ਮਾਨਸਿਕ ਬਿਮਾਰੀਆਂ, ਰੋਜ਼ ਦਾ ਮਨ ਦਾ ਤਣਾਅ, ਇਸੇ ਤਰ੍ਹਾਂ ਰੋਜ਼ ਇਹਦੇ ਅੰਦਰ ਝਗੜੇ ਤੇ ਬਾਹਰ ਵੀ ਝਗੜੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨਿਤਾ ਪ੍ਰਤੀ ਖਰਾਬ ਤੇ ਵਿਕਾਰਾਂ ਦੇ ਅੰਦਰ ਡੁੱਬਦਾ ਰਹਿੰਦਾ ਹੈ। ਗੱਲ ਪਈ ਸੋ ਜਮ ਕੀ ਫਾਸ। ਇਸੇ ਤਰ੍ਹਾਂ ਵਿਕਾਰਾਂ ਦੇ ਨਾਲ ਲੜਦਿਆਂ ਝਗੜਦਿਆਂ, ਵਿਕਾਰਾਂ ਦੇ ਪ੍ਰਭਾਵ ਹੇਠ ਆ ਕੇ ਜ਼ਿੰਦਗੀ ਜਿਉਂਦਿਆਂ ਆਖਿਰੀ ਮੌਤ ਆ ਜਾਂਦੀ ਹੈ। ਤੇ ਮੌਤ ਤੋਂ ਬਾਅਦ ਕੀ ਹੁੰਦਾ? ਮਹਾਰਾਜ ਕਹਿੰਦੇ ਗੱਲ ਪਈ ਸੋ ਜਮ ਕੀ ਫਾਸ। ਉਹਨਾਂ ਜਮਾਂ ਦੀ ਫਾਹੀ ਇਹਦੇ ਗਲ ਵਿੱਚ ਆਣ ਪੈਂਦੀ ਹੈ, ਜਿਨ੍ਹਾਂ ਤੋਂ ਬਚਣ ਵਾਸਤੇ ਕਦੇ ਯਤਨ ਹੀ ਨਹੀਂ ਕੀਤਾ। ਮਹਾਰਾਜ ਕਹਿੰਦੇ ਯਤਨ ਬਹੁਤ ਸੁਖ ਕੇ ਕੀਏ। ਸੰਸਾਰ ਵਿੱਚ ਸੁਖੀ ਹੋਣ ਦੇ ਤੇ ਬਹੁਤ ਯਤਨ ਕੀਤੇ, ਦੁੱਖ ਕੋ ਕੀਓ ਨਾ ਕੋਏ। ਵੱਡਾ ਜਿਹੜਾ ਦੁੱਖ ਮੌਤ ਦਾ ਦੁੱਖ ਹੈ, ਜਮਾਂ ਦਾ ਦੁੱਖ ਸਭ ਤੋਂ ਵੱਡਾ ਹੈ। ਸੰਸਾਰ ਦੇ ਸਾਰੇ ਰੋਗਾਂ ਦਾ, ਸਾਰੇ ਦੁੱਖਾਂ ਦਾ ਤੇ ਸਾਰੀਆਂ ਪੀੜਾਂ ਦੀ, ਬਿਮਾਰੀਆਂ ਦਾ ਇਲਾਜ ਹੈ, ਸਾਰਿਆਂ ਦੀ ਦਵਾਈ ਹੈ ਕੋਈ ਨਾ ਕੋਈ। ਪਰ ਜਮਾਂ ਤੋਂ ਬਚਣ ਵਾਸਤੇ ਕੋਈ ਦਵਾਈ ਹੈ, ਵਾਹਿਗੁਰੂ ਦਾ ਨਾਮ। ਮਹਾਰਾਜ ਕਹਿੰਦੇ ਉਹ ਜਿਹੜਾ ਦੁੱਖ ਵੱਡਾ ਹੋਣਾ ਸੀ, ਉਹਦੇ ਤੋਂ ਬਚਣ ਦਾ ਤੇ ਯਤਨ ਹੀ ਕੋਈ ਨਹੀਂ ਕੀਤਾ। ਸਾਰੀ ਜ਼ਿੰਦਗੀ ਆ ਸੰਸਾਰ ਦੇ ਅੰਦਰ ਹੀ ਸੁਖੀ ਹੋਣ ਦੇ ਯਤਨ ਕਰਦਾ ਰਿਹਾ, ਜਿਹਦੇ ਕਰਕੇ ਅੰਤ ਦੇ ਵੇਲੇ ਫਿਰ ਗੱਲ ਦੇ ਅੰਦਰ ਜਮਾਂ ਦੀ ਫਾਹੀ ਪੈ ਜਾਂਦੀ ਹੈ ਜੀ। ਜਿਹਾ ਬੀਜੈ ਸੋ ਲੂਣੈ, ਮੱਥੈ ਜੋ ਲਿਖਿਆਸ। ਇਹ ਹਿਰਦਾ ਜਿਹੜਾ ਇਹਦਾ ਹੈ ਖੇਤੀ ਦੀ ਨਿਆਈ ਹੈ। ਕਰਮ ਜਿਹੜੇ ਹਨ ਉਹ ਬੀਜ ਦੀ ਨਿਆਈ ਹਨ। ਹਿਰਦੇ ਰੂਪੀ ਖੇਤੀ ਦੇ ਉੱਪਰ ਜਿਹੋ ਜਿਹਾ ਬੀਜ ਬੀਜਦਾ, ਉਹ ਜੇ ਇਹਨੂੰ ਫਿਰ ਪ੍ਰਾਪਤੀ ਹੋ ਜਾਂਦੀ ਹੈ। ਤੇ ਜੇ ਬੀਜ ਕੋਈ ਹੋਰ ਬੀਜ ਕੇ ਪ੍ਰਾਪਤੀ ਕਿਸੇ ਹੋਰ ਚੀਜ਼ ਦੀ ਮੰਗੇ, ਇਹ ਹੋ ਨਹੀਂ ਸਕਦਾ। ਕਿਉਂਕਿ ਗੁਰਬਾਣੀ ਦਾ ਹੀ ਜ਼ਿਕਰ ਆਉਂਦਾ ਹੈ ਕਿ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡਾ ਉਨ ਕਤਾਏ ਦਾ ਪੈਦਾ ਲੋੜੈ ਪਟ। ਕਿ ਜ਼ਿਮੀਂਦਾਰ ਆਪਣੇ ਖੇਤ ਦੇ ਵਿੱਚ ਕਿੱਕਰਾਂ ਦੇ ਬੀਜ ਬੀਜੇ ਤੇ ਉਹਨਾਂ ਤੋਂ ਆਸਾ ਰੱਖੇ ਬਿਜੌਰ ਦੇਸ਼ ਦੀਆਂ ਦਾਖਾਂ ਦੀ, ਕਿ ਮੈਨੂੰ ਇਹਨਾਂ ਬੂਟਿਆਂ ਤੋਂ ਬਿਜੌਰ ਦੇਸ਼ ਦੀਆਂ ਦਾਖਾਂ ਪ੍ਰਾਪਤ ਹੋਣ। ਮਹਾਰਾਜ ਕਹਿੰਦੇ ਇਹੋ ਜਿਹਾ ਨਹੀਂ ਹੋਣਾ। ਜਿਹੋ ਜਿਹਾ ਕੋਈ ਕਰਮ ਬੀਜਦਾ ਜਾਂ ਭੂਮੀ ਦੇ ਵਿੱਚ ਬੀਜ ਬੀਜਦਾ, ਉਹੋ ਜਿਹੀ ਉਹਨੂੰ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ, ਜਿਹਾ ਬੀਜਾ ਸੋ ਲੂਣਾ, ਫਿਰ ਮੱਥੈ ਜੋ ਲਿਖਿਆਸ। ਪੂਰਬਲੇ ਜਨਮਾਂ ਦੇ ਅੰਦਰ ਜਿਹੋ ਜਿਹੇ ਕਰਮ ਇਹਨੇ ਬੀਜੇ ਹਨ, ਉਹੋ ਜਿਹੇ ਇਹਦੇ ਕਰਮਾਂ ਦੇ ਅਨੁਸਾਰ ਫਲਬਰ ਦਾਤਾ ਨੇ ਇਹਦੇ ਮਸਤਕ ਤੇ ਲੇਖ ਪਾ ਦਿੱਤੇ ਹਨ।
ਉਹਨਾਂ ਲੇਖਾਂ ਅਨੁਸਾਰ ਮਹਾਰਾਜ ਕਹਿੰਦੇ ਇੱਥੇ ਦੁੱਖ ਤੇ ਸੁੱਖ ਪ੍ਰਾਪਤ ਹੁੰਦੇ ਹਨ ਜੀ। ਰੈਣ ਵਿਹਾਣੀ ਪਛੋਤਾਣੀ ਉੱਠ ਚਲੀ ਗਈ ਨਰਾਸ। ਤੇ ਜੀਵਨ ਦੇ ਅੰਦਰ ਮਹਾਰਾਜ ਕਹਿੰਦੇ ਨਾ ਵਿਕਾਰਾਂ ਤੋਂ ਤਾਂ ਬਚਦਾ ਨਹੀਂ, ਤੇ ਜਿਹੜੇ ਸੰਸਾਰ ਦੇ ਵਿੱਚ ਰਹਿੰਦਾ ਉਹਦੇ ਵਿੱਚ ਬੜਾ ਦੁਖੀ ਰਹਿੰਦਾ, ਕਿਉਂਕਿ ਵਿਕਾਰਾਂ ਦੇ ਨਾਲ ਲੱਗਿਆ ਹੋਇਆ ਦੁਖੀ ਹੋਣਾ ਹੀ ਹੋਣਾ। ਤੇ ਉਹਨਾਂ ਦੁੱਖਾਂ ਤੋਂ ਬਚਣ ਵਾਸਤੇ ਸਾਰੀ ਜ਼ਿੰਦਗੀ ਯਤਨ ਕਰਦਾ ਰਹਿੰਦਾ। ਜ਼ਿੰਦਗੀ ਰੂਪੀ ਰਾਤ ਇਹਦੀ ਬਤੀਤ ਹੋ ਜਾਂਦੀ ਹੈ, ਫਿਰ ਬੜਾ ਪਛਤਾਪ ਹੁੰਦਾ। ਰਹਿਣ ਵਿਹਾਣੀ ਜਦੋਂ ਜ਼ਿੰਦਗੀ ਰੂਪੀ ਰਾਤ ਬਤੀਤ ਹੋ ਜਾਂਦੀ ਹੈ, ਫਿਰ ਮਹਾਰਾਜ ਕਹਿੰਦੇ ਪਛੋਤਾਣੀ, ਫਿਰ ਬੜਾ ਪਛਤਾਵਾ ਲੱਗਦਾ ਵੀ ਜ਼ਿੰਦਗੀ ਤੇ ਐਵੇਂ ਗਵਾ ਲਈ, ਖੱਟਿਆ ਹੀ ਕੁਝ ਨਹੀਂ। ਜਿਨ੍ਹਾਂ ਪੁੱਤਰ ਧੀਆਂ ਵਾਸਤੇ ਇਹਨਾਂ ਯਤਨ ਕੀਤਾ, ਦਿਨ ਰਾਤ ਮਰੇ, ਉਹਨਾਂ ਨੇ ਅੰਤ ਦੇ ਸਮੇਂ ਮੰਜੀ ਕੱਢ ਕੇ ਬਾਹਰ ਤੂੜੀ ਵਾਲੇ ਕਮਰੇ 'ਚ ਰੱਖ ਦਿੱਤੀ। ਫਿਰ ਇਹਦੀ ਅਕਲ ਟਿਕਾਣੇ ਆਈ, ਫਿਰ ਸੋਚਦਾ ਹੈ ਵੀ ਅਸੀਂ ਆਪਣੇ ਵਾਸਤੇ ਤੇ ਕੀਤਾ ਹੀ ਕੁਝ ਨਹੀਂ, ਸਾਰੀ ਜ਼ਿੰਦਗੀ ਜਿਨ੍ਹਾਂ ਵਾਸਤੇ ਕੀਤਾ ਸੀ ਉਹਨਾਂ ਨੇ ਸਾਡਾ ਬਣਾਇਆ ਕੁਝ ਨਹੀਂ। ਤਾਂ ਮਹਾਰਾਜ ਕਹਿੰਦੇ ਫਿਰ ਪਛਤਾਪ ਇਹਦੇ ਪੱਲੇ ਰਹਿ ਜਾਂਦਾ, ਤੇ ਫਿਰ ਉਹ ਤੋਂ ਬਾਅਦ ਉੱਠ ਚੱਲੀ ਗਈ ਨਿਰਾਸ਼। ਮੌਤ ਦਾ ਡੰਕਾ ਵੱਜਦਾ, ਜਮ ਰਾਜੇ ਦਾ ਹੁਕਮ ਆਉਂਦਾ, ਫਿਰ ਉੱਠ ਕੇ ਇਹ ਆਤਮਾ ਨਿਰਾਸ਼ ਹੋ ਕੇ ਸੰਸਾਰ ਤੋਂ ਚਲੀ ਜਾਂਦੀ ਹੈ ਕਿ ਜਿਸ ਕਾਰਜ ਵਾਸਤੇ ਆਈ ਸੀ ਉਹਦੀ ਪੂਰਤੀ ਨਾ ਕਰ ਸਕੀ, ਉਹਨੂੰ ਸਿੱਧ ਨਾ ਕਰ ਸਕੀ, ਉਸ ਕਾਰਜ ਨੂੰ ਪੂਰਾ ਨਾ ਕੀਤਾ। ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਪਰ ਜਿਨ੍ਹਾਂ ਨੇ ਸਮਾਂ ਰਹਿੰਦਿਆਂ ਆਪਣੇ ਜੀਵਨ ਨੂੰ ਸਵਾਰ ਲਿਆ ਹੈ, ਛੋਟੀ ਉਮਰੇ ਮਹਾਰਾਜ ਦੇ ਲੜ ਲੱਗ ਗਏ ਹਨ, ਅੰਮ੍ਰਿਤ ਛਕ ਲਿਆ, ਗੁਰੂ ਕੇ ਪਿਆਰਿਆਂ ਦਾ ਸੰਗ ਕੀਤਾ। ਸਾਧੂ ਨਾਮ ਕਿਹਨਾਂ ਦਾ? ਜਿਨ੍ਹਾਂ ਦੀ ਆਤਮਾ ਸ਼ਾਂਤ ਹੋ ਗਈ ਹੈ। ਗੁਰੂ ਕੇ ਪਿਆਰੇ ਜਿਹੜੇ ਆਪ ਬਾਣੀ ਪੜ੍ਹਦੇ, ਦੂਜਿਆਂ ਨੂੰ ਪੜ੍ਹਾਉਣ ਦਾ ਉਪਦੇਸ਼ ਦਿੰਦੇ ਹਨ, ਆਪ ਸੇਵਾ ਕਰਦੇ, ਦੂਜਿਆਂ ਨੂੰ ਸੇਵਾ ਕਰਨ ਦੀ ਜਾਂਚ ਦੱਸਦੇ ਨੇ। ਤਾਂ ਮਹਾਰਾਜ ਕਹਿੰਦੇ ਇਹੋ ਜਿਹੇ ਜਿਹੜੇ ਗੁਰਮੁਖ ਪਿਆਰੇ ਹਨ, ਜਿਨ੍ਹਾਂ ਨੂੰ ਸਾਧੂਆਂ ਦੀ ਸੰਗਤ, ਰੱਬ ਦੇ ਪਿਆਰਿਆਂ ਦਾ ਸਾਥ ਮਿਲਿਆ ਹੈ, ਉਹ ਫਿਰ ਦਰਗਹਿ ਹੋਏ ਖਲਾਸ, ਦਰਗਾਹ ਦੇ ਅੰਦਰ ਉਹਨਾਂ ਦੀ ਬੰਦ ਖਲਾਸੀ ਹੋ ਜਾਂਦੀ ਹੈ। ਉਹਨਾਂ ਨੂੰ ਜਮ ਆਦਿਕ ਸਜ਼ਾਵਾਂ ਨਹੀਂ ਦੇ ਸਕਦੇ, ਉਹਨਾਂ ਨੂੰ ਧਰਮ ਰਾਜਾ ਵੀ ਕੁਝ ਨਹੀਂ ਕਹਿ ਸਕਦਾ। ਉਹਨਾਂ ਦੀ ਬੰਦ ਖਲਾਸੀ ਅਕਾਲ ਪੁਰਖ ਅੰਤਰਜਾਮੀ ਆਪ ਕਰਵਾਉਂਦੇ ਹਨ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿਰਪਾ ਕਰਦੇ ਕਿ ਮਨੁੱਖ ਗੁਰੂ ਦੇ ਚਰਨਾਂ ਤੇ ਢਹਿ ਪਈਏ, ਮੈਂ ਮੇਰੀ ਤੇ ਆਪਣੇ ਆਪੇ ਨੂੰ ਛੱਡ ਕਰਕੇ ਗੁਰੂ ਦੇ ਲੜ ਲੱਗ ਜਾਈਏ, ਗੁਰੂ ਦੇ ਚਰਨਾਂ ਤੇ ਢਹਿ ਪਈਏ, ਆਪਣੀਆਂ ਸਿਆਣਪਾਂ ਛੱਡ ਕਰਕੇ ਗੁਰੂ ਦੀ ਮੱਤ ਧਾਰਨ ਕਰ ਲਈਏ। ਗੁਰ ਕੀ ਮੱਤ ਤੂੰ ਲੈ ਇਆਨੇ, ਭਗਤ ਬਿਨਾ ਬਾ ਡੁੱਬੇ ਸਿਆਨੇ। ਬੜੇ ਵੱਡੇ ਵੱਡੇ ਸਿਆਣੇ ਦੁਨੀਆ ਤੇ ਰਹਿਣ ਵਾਲੇ ਮਹਾਰਾਜ ਕਹਿੰਦੇ ਨਰਕਾਂ ਦੇ ਅੰਦਰ ਡੁੱਬ ਗਏ ਨੇ। ਬੜੇ ਭਿਆਨਕ ਨਰਕ ਹਨ ਜਿਨ੍ਹਾਂ ਦਾ ਜ਼ਿਕਰ ਗ੍ਰੰਥਾਂ ਵਿੱਚ ਆਉਂਦਾ ਹੈ। ਉਹਨਾਂ ਤੋਂ ਬਚਣ ਵਾਸਤੇ ਇੱਕੋ ਹੀ ਤਰੀਕਾ ਹੈ, ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰੀਏ, ਕਰ ਕਿਰਪਾ ਪ੍ਰਭ ਆਪਣੀ। ਹੈ ਵਾਹਿਗੁਰੂ ਆਪਣੀ ਕਿਰਪਾ ਕਰੋ, ਸਾਡੇ ਸਿਰ ਤੇ ਮਿਹਰ ਦਾ ਹੱਥ ਰੱਖੋ, ਜਿਹਦੇ ਕਰਕੇ ਤੇਰੇ ਦਰਸ਼ਨਾਂ ਦੀ ਹਿਰਦੇ ਵਿੱਚ ਪਿਆਸਾ ਹੀ ਲੱਗੀ ਰਵੇ। ਇਹੀ ਪਿਆਸਾ ਦੇ ਅੰਦਰ ਅਸੀਂ ਆਪਣਾ ਜੀਵਨ ਬਤੀਤ ਕਰ ਲਈਏ ਕਿ ਤੇਰੇ ਦਰਸ਼ਨ ਹੋ ਜਾਣ, ਤੇਰੇ ਦਰਸ਼ਨਾਂ ਦੀ ਤਾਂਘ ਮਨ ਵਿੱਚ ਲੱਗੀ ਰਹੇ, ਤੇ ਤੇਰੇ ਦੱਸੇ ਰਸਤੇ ਤੇ ਚੱਲ ਕਰਕੇ, ਤੇਰੇ ਦੱਸੇ ਹੋਏ ਮਾਰਗ ਨੂੰ ਅਪਣਾ ਕਰਕੇ ਮਹਾਰਾਜ ਅਸੀਂ ਆਪਣਾ ਜੀਵਨ ਸਵਾਰ ਲਈਏ। ਇਹੋ ਜਿਹੀ ਕਿਰਪਾ ਕਰੋ ਜੀ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਕਿਉਂਕਿ ਇਹ ਵਾਹਿਗੁਰੂ ਸਾਰਾ ਸੰਸਾਰ ਢੂੰਡ ਕੇ ਦੇਖ ਲਿਆ, ਤੇਰੇ ਵਰਗਾ ਹੋਰ ਕੋਈ ਨਹੀਂ ਹੈ ਨਿਸਵਾਰਥ। ਸਾਰੀ ਦੁਨੀਆ ਸਵਾਰਥੀ ਹੈ, ਆਪਣੇ ਸਵਾਰਥ ਵਾਸਤੇ ਜੁੜਦੀ ਹੈ। ਜਦੋਂ ਸਵਾਰਥ ਪੂਰਾ ਹੋ ਜਾਂਦਾ ਮਹਾਰਾਜ ਸਭ ਛੱਡ ਕੇ ਚਲੇ ਜਾਂਦੇ ਹਨ। ਇਹ ਸੰਸਾਰ ਤੇ ਕੋਈ ਵੀ ਮੇਰਾ ਆਪਣਾ ਨਹੀਂ ਹੈ ਤੇਰੇ ਤੋਂ ਬਿਨਾ। ਸਾਰੀ ਦੁਨੀਆ ਦਾ ਭ੍ਰਮਣ ਕਰਕੇ ਦੇਖ ਲਿਆ, ਇਸ ਕਰਕੇ ਆਪ ਹੀ ਕਿਰਪਾ ਕਰੋ। ਪ੍ਰਭ ਤੁਝ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਸਾਡੀ ਨਿਮਾਣਿਆਂ ਦੀ ਇਹੀ ਅਰਦਾਸ ਹੈ ਮਹਾਰਾਜ, ਤੇਰੇ ਤੋਂ ਬਿਨਾ ਸਾਡਾ ਕੋਈ ਸੰਗੀ ਸਾਥੀ ਜਾਂ ਸਾਨੂੰ ਪਾਰ ਕਿਨਾਰੇ ਲਾਉਣ ਵਾਲਾ ਨਹੀਂ ਹੈ। ਆਪ ਹੀ ਕਿਰਪਾ ਕਰਕੇ ਗੁਰਸਿੱਖੀ ਦੀ ਦਾਤ ਬਖਸ਼ੋ ਜੀ। ਆਸਾੜ ਸਹੰਤਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਤੇ ਆਸਾੜ ਕਹੀਏ ਹਾੜ ਦਾ ਮਹੀਨਾ, ਉਹਨਾਂ ਵਾਸਤੇ ਮਹਾਰਾਜ ਕਹਿੰਦੇ ਭਾਈ ਚੰਗਾ ਸ਼ੋਭਨੀਕ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਤੀ ਪਰਮੇਸ਼ਰ ਦਾ ਨਾਮ ਵਸ ਗਿਆ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੀ ਯਾਦ ਵਸ ਗਈ ਹੈ। ਉਹਨਾਂ ਵਾਸਤੇ ਇਹ ਹਾੜ ਦਾ ਮਹੀਨਾ ਬੜਾ ਸ਼ੋਭਨੀਕ, ਭਾਗਾ ਭਰਿਆ ਤੇ ਚੰਗਾ ਹੈ। ਉਹਨਾਂ ਵਾਸਤੇ ਖੁਸ਼ੀਆਂ ਦੇ ਦਿਨ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਭਾਈ ਨਾਮ ਵਸਦਾ ਹੈ। ਤੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸਿਆ ਹੈ ਉਹਨਾਂ ਨੂੰ ਸਾਰੇ ਪ੍ਰਕਾਰ ਦੀ ਤਪਸ਼, ਜਿੱਥੋਂ ਮਹਾਰਾਜ ਨੇ ਬਾਤ ਸ਼ੁਰੂ ਕੀਤੀ ਹੈ ਨਾ, ਸਾਰੇ ਪ੍ਰਕਾਰ ਦੀ ਵਿਸ਼ੇ ਵਿਕਾਰਾਂ ਦੀ ਤਪਸ਼, ਆਸਾ ਤ੍ਰਿਸ਼ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੈਂ ਮੇਰੀ, ਤੇ ਇਸ ਕਰਕੇ ਲੋਭ ਇਹ ਜਿੰਨਾ ਕੁਝ ਵੀ ਹੈ ਸਾਰੀਆਂ ਅਗਨੀਆਂ ਮਹਾਰਾਜ ਕਹਿੰਦੇ ਉਹਨਾਂ ਦੀਆਂ ਨਾਸ਼ ਕਰ ਦਿੱਤੀਆਂ ਵਾਹਿਗੁਰੂ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਦਾ ਹੈ।
ਕਿਉਂਕਿ ਭਾਂਡਾ ਇੱਕ ਹੈ, ਇੱਕ ਭਾਂਡੇ ਵਿੱਚ ਜਦੋਂ ਇੱਕ ਵਸਤੂ ਪੂਰੀ ਤਰ੍ਹਾਂ ਭਰੀ ਹੋਵੇ ਦੂਜੀ ਵਸਤੂ ਉਹਦੇ ਵਿੱਚ ਪਾਈ ਨਹੀਂ ਜਾ ਸਕਦੀ, ਤੇ ਜਦੋਂ ਤੱਕ ਉਹਨੂੰ ਖਾਲੀ ਨਾ ਕੀਤਾ ਜਾ ਸਕੇ। ਸਾਡੇ ਹਿਰਦੇ ਰੂਪੀ ਭਾਂਡੇ ਦੇ ਅੰਦਰ ਵਿਕਾਰਾਂ ਦੇ ਨਾਲ ਇਹ ਲਬਾ ਲਬ ਹਿਰਦੇ ਰੂਪੀ ਭਾਂਡਾ ਭਰਿਆ ਹੋਇਆ ਹੈ। ਵਿਕਾਰ ਇਹਦੇ ਵਿੱਚ ਲਬਾ ਲਬ ਭਰੇ ਹੋਏ ਹਨ। ਰੱਬ ਦਾ ਨਾਮ, ਪਰਮੇਸ਼ਰ ਦੀ ਯਾਦ, ਗੁਰੂ ਕੀ ਸੇਵਾ, ਰੱਬ ਦੇ ਪਿਆਰਿਆਂ ਦਾ ਸੰਗ, ਇਹ ਸ਼ੁਭ ਗੁਣ ਵਸਣ ਵਾਸਤੇ ਵਿੱਚ ਜਗ੍ਹਾ ਹੀ ਨਹੀਂ ਰਹੀ। ਇਸ ਕਰਕੇ ਪਹਿਲਾਂ ਵਿਕਾਰਾਂ ਨੂੰ ਤਿਆਗੀਏ। ਨਿੰਦਿਆ, ਚੁਗਲੀ, ਬਖੀਲੀ, ਦਵੈਸ਼ ਭਾਵਨਾ ਸਭ ਕੁਝ ਤਿਆਗ ਕਰਕੇ ਵਾਹਿਗੁਰੂ ਦੇ ਲੜ ਲੱਗੀਏ ਤੇ ਗੁਰੂ ਦਾ ਬਚਨ ਮੰਨੀਏ। ਜੋ ਜੋ ਬਚਨ ਮਹਾਰਾਜ ਨੇ ਗੁਰਬਾਣੀ ਦੁਆਰਾ ਸਾਨੂੰ ਬਖਸ਼ਿਸ਼ ਕੀਤੇ ਹਨ ਉਹਨਾਂ ਨੂੰ ਮੰਨ ਕਰਕੇ ਆਪਣਾ ਜੀਵਨ ਸਵਾਰੀਏ, ਜਿਹਦੇ ਕਰਕੇ ਸੰਸਾਰ ਤੇ ਆਉਣਾ ਸਾਡਾ ਸਫਲਾ ਹੋ ਜਾਵੇ, ਅਸੀਂ ਵੀ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਸਕੀਏ। ਇਸ ਕਰਕੇ ਹਉਮੈ ਤੇ ਹੰਕਾਰ ਨੂੰ ਛੱਡ ਕਰਕੇ ਮਹਾਰਾਜ ਦੇ ਚਰਨਾਂ ਤੇ ਢਹਿ ਪਈਏ। ਜੇ ਇੱਥੇ ਢਹਿ ਪਵਾਂਗੇ ਤੇ ਸੰਸਾਰ 'ਚ ਕਿਸੇ ਮਨੁੱਖ ਦੇ ਅੱਗੇ ਨਹੀਂ ਢਹਿਣਾ ਪਵੇਗਾ, ਕਿਸੇ ਮਨੁੱਖ ਦੀ ਮੁਤਾਜਗੀ ਨਹੀਂ ਹੋਵੇਗੀ ਜੇ ਗੁਰੂ ਦੇ ਮੁਤਾਜੀ ਬਣ ਜਾਵਾਂਗੇ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਕਿਰਪਾ ਕਰਨ, ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ, ਨਾਮ ਬਾਣੀ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰਕੇ ਇੱਥੇ ਸਮਾਪਤੀ ਹੈ ਜੀ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸਹੰਤਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।